ਅਦਾਕਾਰ ਤੋਂ ਸਿਆਸਤਦਾਨ ਆਖਿਰਕਾਰ ਕਿਉਂ ਲੱਗਿਆ ਕਿ ਅਸੀਂ ਸਿਆਸੀ ਪੌੜੀਆਂ ਚੜ੍ਹਨੀਆਂ ਹੀ ਮੁਨਾਸਿਬ ਸਮਝੀਏ। ਅਦਾਕਾਰੀ ਦਾ ਫੀਲਡ ਬਹੁਤ ਵੱਡਾ ਹੈ, ਅਸੀਂ ਆਪਣੀ ਪਰਫਾਰਮੈਂਸ ਵੱਡੇ ਵੱਡੇ ਸਟੇਜਾਂ 'ਤੇ ਦਿਖਾ ਸਕਦੇ ਹਾਂ, ਤੇ ਫਿਰ ਸਿਆਸਤ ਨੂੰ ਹੀ बढ़ावा क्यों दिता गया? जी, सब तो पहला जिन्ने भी इत्थे रिस्पैक्टेड परसनैलिटीज़ ने सारिਆਂ ਨੂੰ तह दिलों स्वागत ते सत श्री अकाल। जी पंजाब दे जिन्ने ਸਰੋਤੇ सुन रहे जी पंजाब दी टीम ਨੂੰ ਮੇਰੇ ਵੱਲੋਂ सत श्री अकाल। सो ਤੁਹਾਡਾ सवाल है कि अदाकारी तो सियासत ਦਾ पैर किवें भरिया गया। देखो हर बंदे एक काम ਜਿਹੜੇ ਸਿਆਸਤਦਾਨ ਵੀ ਨੇ ਉਹ ਕਿਸੇ ਨਾ ਕਿਸੇ ਕਿੱਤੇ ਨਾਲ ਰਿਲੇਟਡ ਨੇ। ਕੋਈ ਵਕੀਲ ਹੋ ਸਕਦਾ ਹੈ, ਕੋਈ ਜੱਜ ਹੋ ਸਕਦਾ ਹੈ, ਕੋਈ ਅਧਿਆਪਕ ਹੋ ਸਕਦਾ। ਸੋ ਜਿਨ੍ਹਾਂ ਨੂੰ ਸਮਾਜ ਦੇ ਪ੍ਰਤੀ ਇੱਕ ਚੀਜ਼ ਹੈ ਕਿ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ, ਸਮਾਜ ਦੇ ਵਿੱਚ ਸਾਡਾ ਜਿਹੜਾ ਪੰਜਾਬ ਹੈ ਅੱਜ ਭ੍ਰਿਸ਼ਟਾਚਾਰ ਦੇ ਥੱਲੇ ਦੱਬਿਆ ਹੋਇਆ, ਲੋਕ ਸਹੂਲਤਾਂ ਨੂੰ ਤਰਸ ਰਹੇ ਨੇ। ਪਿੰਡਾਂ ਵਿੱਚ ਲੋਕਾਂ ਦੀ ਜ਼ਿੰਦਗੀ ਉਹਨਾਂ ਨੂੰ ਮੁੱਢਲੀਆਂ ਸਹੂਲਤਾਵਾਂ ਨਹੀਂ ਮਿਲ ਰਹੀਆਂ। ਜੇ ਸਭ ਕੁਝ ਦੇਖ ਕੇ ਅਸੀਂ ਆਪਣੀ ਅਦਾਕਾਰੀ ਕਰਦੇ ਰਹੀਏ ਤੇ ਇਹ ਨਾ ਸੋਚੀਏ ਕਿ ਇਹ ਸਿਆਸਤ 'ਚ ਆਉਣਾ ਵੀ ਜ਼ਰੂਰੀ ਹੈ ਤੇ ਤੁਸੀਂ ਇੱਕ ਇਮਾਨਦਾਰੀ ਪਾਰਟੀ ਨਾਲ ਜੁੜਦੇ ਹੋ। ਮੇਰੇ ਖਿਆਲ ਦੇ ਵਿੱਚ ਕਿ ਤੁਸੀਂ ਅੱਗੇ ਨੌਜਵਾਨ ਆ ਜਿਹੜਾ ਅੱਜ ਉਹਨਾਂ ਨੂੰ ਨੌਜਵਾਨ ਦੀ ਆਵਾਜ਼, ਜਿਹੜਾ ਪੜ੍ਹਿਆ ਲਿਖਿਆ ਨੌਜਵਾਨ, ਉਹਨੂੰ ਅੱਗੇ ਆ ਕੇ ਆਪਣੇ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ, ਉਹਨਾਂ ਦੇ ਹੱਕਾਂ ਬਾਰੇ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ। ਸੋ ਇਹ ਚੀਜ਼ਾਂ ਅੱਜ ਦੀਆਂ ਨਹੀਂ ਹੈਗੀਆਂ ਮੇਰੇ 'ਚ। ਮੈਂ ਬਚਪਨ ਤੋਂ ਜਦੋਂ 10-12 ਸਾਲ ਦੀ ਸੀ ਮੈਂ ਫੋਲੋ ਕਰਦੀ ਸੀ ਵੀ ਸਾਡੇ ਜਿਹੜੇ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ। ਸੋ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਲਗਾਤਾਰ ਸੋਚਦੇ ਹੋ ਤਾਂ ਜਿਹੜੀ ਇਹ ਕਾਇਨਾਤ ਹੈ, ਕੁਦਰਤ ਹੈ, ਤੁਹਾਨੂੰ ਉਹ ਪਲੇਟਫਾਰਮ 'ਤੇ ਲਿਆ ਕੇ ਖੜਾ ਕਰ ਦਿੰਦੀ ਹੈ। ਅਤੇ ਅੱਜ ਜਿਸ ਮੈਂ ਪਾਰਟੀ ਨਾਲ ਹਾਂ ਉਹਨਾਂ ਦੀ ਨੀਤ ਸਾਫ਼ ਆ, ਇਮਾਨਦਾਰ ਪਾਰਟੀ ਹੈ, ਅਤੇ ਅੱਗੇ ਵਧਣ ਲਈ ਸਮਾਜ 'ਚ ਕੁਛ ਕਰਨ ਲਈ ਤੁਹਾਨੂੰ ਇੱਕ ਮਜ਼ਬੂਤ ਦਲ ਦੀ ਲੋੜ ਹੁੰਦੀ ਹੈ। ਅਤੇ ਆਮ ਆਦਮੀ ਪਾਰਟੀ ਅਤੇ ਇਮਾਨਦਾਰ ਪਾਰਟੀ ਤੋਂ ਬਿਨਾਂ ਮੈਂ ਕਿਸੇ 'ਚ ਜਾਣਾ ਨਹੀਂ ਸੀ, ਜਿਹੜਾ ਇੱਕ ਚੰਗੀ ਨੀਤ ਨਾਲ ਲੋਕਾਂ ਲਈ ਕੰਮ ਕਰਨ। ਸੋ ਅਦਾਕਾਰੀ ਦੇ ਨਾਲ ਨਾਲ ਮੇਰੀ ਜ਼ਿਆਦਾ ਤਰਜੀਹ ਲੋਕ ਸੇਵਾ ਦੇ ਵਿੱਚ ਹੋਣੀ, ਕਿਉਂਕਿ ਜੇ ਰਾਜਨੀਤੀ ਦੀ ਅਸਲੀ ਅਰਥ ਮੇਰੇ ਖਿਆਲ 'ਚ ਇੱਥੇ ਸਾਰੇ ਸਹਿਮਤ ਹੋਣਗੇ ਕਿ ਸੇਵਾ ਕਰਨੀ ਹੈ, ਅਸਲੀ ਅਰਥ ਹੈਗਾ ਸੇਵਾ ਕਰਨੀ। ਜੇ ਇਹਨੂੰ ਕੋਈ ਹੋਰ ਅਰਥਾਂ ਨਾਲ ਲੈਂਦਾ ਉਹ ਅਲੱਗ ਉਹਨਾਂ ਦੀ ਚੋਇਸ ਹੈ। ਸਿੱਧੂ ਜੀ, ਤੁਹਾਨੂੰ ਮੈਂ ਸਵਾਲ ਪੁੱਛਾਂਗਾ। ਜਿਸ ਤਰ੍ਹਾਂ ਨਾਲ ਅਸੀਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਉਹ ਅਦਾਕਾਰ ਸੀ, ਸਿੰਗਰ ਸੀ, ਤੇ ਫਿਰ ਸਿਆਸਤ ਦੀਆਂ ਪੌੜੀਆਂ ਚੜ੍ਹੀਆਂ। ਤੁਹਾਡਾ ਸ਼ੰਭੂ ਮੋਰਚਾ ਬਹੁਤ ਚਰਚਿਤ ਮੋਰਚਾ ਹੈ। ਖੁਦ ਮੁਖਤਿਆਰੀ ਦੀ ਗੱਲ ਕਰਦੇ ਹੋ ਕਿ ਪੰਜਾਬ ਨੂੰ ਖੁਦ ਮੁਖਤਿਆਰ ਸਟੇਟ ਅਸੀਂ ਕਿਸ ਤਰ੍ਹਾਂ ਬਣਾਈਏ। ਸੋਨੇ ਦੀ ਚਿੜੀ ਪੰਜਾਬ ਕਿਹਾ ਜਾਂਦਾ ਸੀ। ਸੋ ਕਿਸ ਤਰ੍ਹਾਂ ਇਹ ਕਨਸੈਪਟ ਦਿਮਾਗ ਦੇ ਵਿੱਚ ਆਇਆ ਕਿ ਖੁਦ ਮੁਖਤਿਆਰੀ? ਹਾਲਾਂਕਿ 36 ਸਾਲ ਪੰਜਾਬ ਦੇ ਉਸ ਕਾਲੇ ਦੌਰ ਦੀ ਵੀ ਗੱਲ ਕਰਾਂਗੇ ਜਦੋਂ ਖੁਦ ਮੁਖਤਿਆਰੀ ਦੀ ਗੱਲ ਹੁੰਦੀ ਸੀ, ਅਤੇ ਅੱਜ ਜੇਕਰ ਸ਼ੰਭੂ ਮੋਰਚੇ ਤੋਂ ਗੱਲ ਹੋ ਰਹੀ ਹੈ ਤਾਂ ਖੁਦ ਮੁਖਤਿਆਰੀ ਦੀ ਗੱਲ ਹੋ ਰਹੀ ਹੈ। ਦੇਖੋ, ਪਹਿਲਾਂ ਤਾਂ ਆਪਾਂ ਇਹ ਗੱਲ ਸਮਝ ਲਈ ਵੀ 36 ਸਾਲ ਪਹਿਲਾਂ ਜਦੋਂ ਖੁਦ ਮੁਖਤਿਆਰੀ ਦੀ ਗੱਲ ਹੋਈ ਉਹ ਕਾਲਾ ਦੌਰ ਨਹੀਂ ਸੀ। ਕਾਲਾ ਦੌਰ ਉਹਨੂੰ ਪ੍ਰੋਜੈਕਟ ਕੀਤਾ ਗਿਆ, ਸਟੇਟ ਨੇ ਪ੍ਰੋਜੈਕਟ ਕੀਤਾ, ਕਾਲਾ ਦੌਰ ਬਣਾ ਦਿੱਤਾ ਗਿਆ। ਜਦੋਂ ਕੋਈ ਸੰਘਰਸ਼ ਜਾਂ ਕੋਈ ਉਭਾਰ ਪੈਦਾ ਹੁੰਦਾ ਨਾ, ਉਹ ਤਾਂ ਸੁਨਹਿਰੀ ਦੌਰ ਹੁੰਦਾ। ਇਹ ਗੱਲ ਆਪਾਂ ਸਮਝੀਏ ਪਹਿਲਾਂ। ਔਰ ਪੰਜਾਬ ਜਾਂ ਜਿਸ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੀ ਆਪਾਂ ਗੱਲ ਕਰ ਰਹੇ ਹਾਂ, ਇੱਕ ਸਟਰੋਂਗ ਫੈਡਰਲ ਸਟਰਕਚਰ ਦੀ ਗੱਲ ਕਰ ਰਹੇ ਹਾਂ, ਤੁਹਾਡੇ ਫੈਸਲੇ ਲੈਣ ਦੇ ਜਦੋਂ ਤੁਹਾਡੇ ਕੋਲੇ ਹੱਕ ਨਾ ਹੋਣ, ਇਹ ਚਾਹੇ ਇਕੱਲੇ ਪੰਜਾਬ ਦਾ ਹਾਲ ਨਹੀਂ ਹੈ। ਇਹ ਤਾਮਿਲਨਾਡੂ ਅੱਜ ਤੋਂ 15-20 ਸਾਲਾਂ ਪਹਿਲਾਂ, ਉਦੋਂ ਵੀ ਪਹਿਲਾਂ ਕੌਂਸਟੀਟਿਊਸ਼ਨਲ ਅਸੈਂਬਲੀ ਡਿਬੇਟਸ ਪੜ੍ਹੋ ਤੁਸੀਂ, ਦੇ ਹੈਵ ਬੀਨ ਐਡਵੋਕੇਟਿੰਗ ਦਿਸ ਦੈਟ ਜਿਹੜਾ ਸਟਰੋਂਗ ਸੈਂਟਰ ਇਹ ਕ੍ਰੀਏਟ ਕਰ ਰਹੇ ਆ ਨਾ, ਉਹਦੇ ਨਾਲ ਨੇਸ਼ਨ ਬਿਲਡ ਜਿਵੇਂ ਕਰ ਰਹੇ ਆ, ਇੰਨੀ ਡਾਇਵਰਸਿਟੀ ਹੋਣੀ, ਐਡੀ ਵੱਡੀ ਆਪਾਂ ਜਦੋਂ ਇੰਡੀਆ 'ਚ ਤੁਸੀਂ ਦੇਖੋ ਆਪਾਂ ਕਹਿੰਦੇ ਹਾਂ ਵੀ ਇੱਥੇ ਯੂਨਿਟੀ ਆ ਜਿਹੜੀ ਉਹ ਡਾਇਵਰਸਿਟੀ 'ਚ ਆ। ਐਡੀ ਵੱਡੀ ਡਾਇਵਰਸਿਟੀ ਹੋਣੀ, ਕਲਚਰਲ ਡਾਇਵਰਸਿਟੀ, ਬਾਇਓ ਡਾਇਵਰਸਿਟੀ, ਹਿਊਮਨ ਡਾਇਵਰਸਿਟੀ, ਰਾਈਟ। ਉੱਥੇ ਤੁਸੀਂ ਇੱਕ ਸਟਰੋਂਗ ਸੈਂਟਰ ਬਣਾ ਕੇ ਤੇ ਫਿਰ ਤੁਸੀਂ ਰੂਲ ਕਰੋਗੇ ਤੇ ਕਦੇ ਸਾਰਥਕ ਸਮਾਜ ਜਾਂ ਇੱਕ ਸਾਰਥਕ ਦੇਸ਼ ਨਹੀਂ ਸਿਰਜਿਆ ਜਾਣਾ। ਬਹੁਤ ਵੱਡੀ ਜਿਹੜੀ ਘੱਟ ਗਿਣਤੀਆਂ ਹੋਣਗੀਆਂ ਨਾ, ਇਹ ਤਾਂ ਮੈਜੋਰਿਟੇਰੀਅਨ ਸਿਸਟਮ ਹੋ ਗਿਆ। ਜਿਹੜੀਆਂ ਘੱਟ ਗਿਣਤੀਆਂ ਹੋਣਗੀਆਂ ਜਾਂ ਜਿਵੇਂ ਅੱਜ ਪੰਜਾਬ ਆ, ਇਹਨਾਂ ਨੇ ਥ੍ਰੈਟ ਜਾਂ ਥ੍ਰੈਟਨਡ ਫੀਲ ਕਰਨਾ ਹੀ ਕਰਨਾ। ਸੋ ਖੁਦ ਮੁਖਤਿਆਰੀ ਬਿਨਾ ਪਾਵਰ ਆ ਨਾ ਜਿਹੜੀ, ਦੇਖੋ ਡੈਮੋਕ੍ਰੈਟਿਕ ਸਿਸਟਮ ਹੋਂਦ 'ਚ ਕਿਵੇਂ ਆਇਆ। ਪਹਿਲਾਂ ਬਾਦਸ਼ਾਹੀ ਟੁੱਟੀ, ਜਗੀਰਦਾਰੀ ਟੁੱਟੀ, ਬਿਲਕੁਲ, ਤਾਂ ਇੱਕ ਵੈਸਟ ਨੇ ਇੱਕ ਘਾੜਤ ਘੜੀ ਵੀ ਨਵਾਂ ਜਿਹੜਾ ਪਾਵਰ ਆ ਨਾ, ਇਹਦੀ ਸੈਂਟਰਲਾਈਜੇਸ਼ਨ ਨਹੀਂ ਹੋਣੀ ਚਾਹੀਦੀ, ਇਹ ਤਾਂ ਵੰਡੀ ਜਾਣੀ ਚਾਹੀਦੀ ਆ। ਤੇ ਡੈਮੋਕ੍ਰੇਸੀ ਇਜ਼ ਦ ਬੈਸਟ ਫਾਰਮ ਆਫ ਗਵਰਨਮੈਂਟ ਔਰ ਦ ਵੇ ਆਫ ਰੂਲਿੰਗ, ਬਿਕਾਜ਼ ਇਹਦੇ 'ਚ ਪਾਵਰ ਵੰਡੀ ਜਾਊਗੀ। ਐਂਡ ਡੈਮੋਕ੍ਰੈਟਿਕਸ ਆਪਣਾ ਵੀ ਸੰਵਿਧਾਨ ਆਪਾਂ ਨੂੰ ਪਤਾ ਪ੍ਰੀਐਂਬਲ 'ਚ ਆ, ਇਟ ਇਜ਼ ਬਾਏ ਦਾ ਪੀਪਲ, ਫॉर ਦ ਪੀਪਲ, ਆਫ ਦ ਪੀਪਲ।
ਬਟ ਇਸ ਪੜ੍ਹਨ 'ਚ ਹੀ ਰਹਿ ਜਾਂਦੀਆਂ ਗੱਲਾਂ। ਜਦੋਂ ਅਸਲ ਤੌਰ ਤੇ ਅਸੀਂ ਇਹਨਾਂ ਗੱਲਾਂ ਨੂੰ ਸਮਝਦੇ ਹਾਂ ਤੇ ਜਿਹੜਾ ਹੁਣ ਡੈਮੋਕ੍ਰੇਸੀ ਆ ਜਾਂ ਸੈਕੂਲਰ ਸਿਸਟਮ ਇਹ ਕਹਿੰਦੇ ਆ ਜਾਂ ਫੈਡਰਲ ਸਿਸਟਮ ਕਹਿੰਦੇ ਆ, ਉਹਦੇ 'ਚ ਕੁਝ ਝਲਕਦਾ ਨਹੀਂ ਹੈ। ਤੁਸੀਂ ਦੇਖੋ ਪਾਵਰ ਨੂੰ ਕਿਵੇਂ ਸੈਂਟਰਲਾਈਜ਼ ਕਰਦੇ ਆ। ਪਹਿਲਾਂ ਦਿੱਲੀ ਕੋਲੇ ਸਾਰੀ ਪਾਵਰ ਆ। ਅੱਜ ਪੰਜਾਬ ਦਾ ਵੀ ਕਾਨੂੰਨ ਜੇ ਘੜਨਾ, ਕਿਸਾਨੀ ਨਾਲ ਜੁੜਿਆ ਹੋਇਆ ਕਾਨੂੰਨ ਵੀ ਘੜਨਾ, ਤਾਂ ਯੂਪੀ ਬਿਹਾਰ ਤੋਂ ਚੁਣੇ ਹੋਏ ਨੁਮਾਇੰਦੇ ਪਾਰਲੀਮੈਂਟ 'ਚ ਬਹਿ ਕੇ ਪੰਜਾਬ ਦੀ ਧਰਤੀ ਵਾਸਤੇ ਕਾਨੂੰਨ ਘੜ ਦਿੰਦੇ ਆ। ਅੱਛਾ, ਜ਼ਿੰਮੇਵਾਰ ਕੌਣ ਹੈ ਫਿਰ? ਤੁਸੀਂ ਕਿਹਾ ਤੁਸੀਂ ਖੁਦ ਮੁਖਤਿਆਰੀ ਦੀ ਗੱਲ ਪਹਿਲਾਂ ਤਾਂ ਆਪਾਂ ਪਾਵਰ ਨੂੰ ਸਮਝੀਏ। ਜ਼ਿੰਮੇਵਾਰ ਮੈਂ ਤੁਹਾਨੂੰ ਦੱਸਦਾ ਜੀ, ਜ਼ਿੰਮੇਵਾਰ ਸਿਸਟਮ ਆ। ਇਹਦਾ ਮਤਲਬ ਇਸ ਜਿਹੜਾ ਸੰਵਿਧਾਨ ਘੜਿਆ ਗਿਆ ਉਹਨੂੰ ਕੁਐਸਚਨ ਕਰੋ। ਤੁਹਾਡਾ ਜਿਹੜਾ ਅੱਜ ਦੇਸ਼ ਦੀ ਫਾਊਂਡੇਸ਼ਨ ਆ ਜਾਂ ਇਸ ਸਮਾਜ ਦੀ ਫਾਊਂਡੇਸ਼ਨ ਆ ਇੰਡੀਆ ਦੀ, ਉਹ ਤਾਂ ਉਹ ਸੰਵਿਧਾਨ ਤੇ ਖੜੀ ਆ ਨਾ। ਬਿਲਕੁਲ। ਸੋ ਦੈਟ ਮੀਨਸ there has to be major reforms or amendments in the constitution which we'll have to carry forward. So we'll have to struggle for that. ਬਾਜਵਾ ਜੀ, ਅਸੀਂ ਦੇਖਿਆ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਸੜਕਾਂ ਦੇ ਕਿਸਾਨ ਹੈ, ਟੋਲ ਪਲਾਜ਼ਿਆਂ ਦੇ ਕਿਸਾਨ ਹੈ। ਪੰਜਾਬ ਦਾ ਜ਼ਿਕਰ ਹੋ ਰਿਹਾ ਕਿ ਪੰਜਾਬ ਸੋਨੇ ਦੀ ਚਿੜੀ ਸੀ, ਕਿਸੇ ਟਾਈਮ ਸੋਨੇ ਦੀ ਚਿੜੀ ਸੀ, ਤਾਂ ਹੁਣ ਸੋਨੇ ਦੀ ਚਿੜੀ ਨਹੀਂ ਰਿਹਾ। ਜ਼ਿੰਮੇਵਾਰ ਕੌਣ ਹੈ? ਤਾਂ ਮੈਨੂੰ ਲੱਗਦਾ ਵੀ ਮੈਂ ਹਮੇਸ਼ਾ ਚੜ੍ਹਦੀ ਕਲਾ ਵੱਲ ਹੀ ਜਾਂਦਾ। ਪੰਜਾਬ ਸੋਨੇ ਦੀ ਚਿੜੀ ਸੀ ਤੇ ਮੈਨੂੰ ਲੱਗਦਾ ਹੁਣ ਵੀ ਹੈਗੀ ਆ। ਸਾਡਾ ਬਹੁਤ ਜਿਹੜਾ ਵੱਡੇ ਤੌਰ ਤੇ ਅਦਾਰਾ ਉਹ ਬਾਹਰਲੇ ਮੁਲਕਾਂ 'ਚ ਜਾ ਕੇ ਕੇਸਰੀ ਨਿਸ਼ਾਨ ਨੇ ਜਿਹੜੇ ਉਹ ਦੁਨੀਆ ਦੇ ਕੋਨੇ-ਕੋਨੇ 'ਚ ਝੂਲਦੇ ਆ ਤੇ ਇੱਕ ਹੋਂਦ 'ਚ ਨਹੀਂ ਮੈਨੂੰ ਲੱਗਦਾ ਰਹੇ। ਅੱਜ ਪੰਜਾਬੀਆਂ ਨੇ ਆਪਣਾ ਦਾਇਰਾ ਬਹੁਤ ਵੱਡਾ ਕਰ ਲਿਆ ਪੂਰੀ ਦੁਨੀਆ 'ਚ। ਜੇ ਗੱਲ ਪੰਜਾਬ ਦੀ ਕਰ ਲਈਏ ਤਾਂ ਇੱਥੇ ਇਹਦਾ ਜਵਾਬ ਤਾਂ ਇਹੀ ਆਉਂਦਾ ਵੀ ਸਰਕਾਰਾਂ ਹੀ ਜ਼ਿੰਮੇਵਾਰ ਹੁੰਦੀਆਂ ਨੇ ਵੀ ਸੋਨੇ ਦੀ ਚਿੜੀ ਹੁਣ ਕਿਉਂ ਨਹੀਂ ਰਹੀ। ਪਰ ਸਰਕਾਰਾਂ ਨੂੰ ਚੁਣਦੇ ਵੀ ਲੋਕ ਹੀ ਨੇ, ਇਹ ਵੀ ਵੱਡੀ ਗੱਲ ਹੁੰਦੀ ਹੈ। ਤਾਂ ਮੁੜ ਤੁੜ ਕੇ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਪਹਿਲਾਂ ਲੋਕਾਂ ਨੂੰ ਸੂਝਵਾਨ ਹੋਣਾ ਪਊਗਾ। ਆਪਣੇ ਨੁਮਾਇੰਦੇ ਜਦੋਂ ਵੀ ਉਹਨਾਂ ਨੇ ਚੁਣਦੇ ਨੇ, ਆਪਣੇ ਆਗੂ ਜਦੋਂ ਵੀ ਉਹਨਾਂ ਨੇ ਚੁਣਦੇ ਨੇ, ਤਾਂ ਉਹਨਾਂ ਨੂੰ ਪੰਜਾਬੀ ਜਿਵੇਂ ਕਹਿ ਦੇਈਦਾ ਵੀ ਠੋਕ ਵਜਾ ਕੇ ਟੱਲੀ ਜਿਵੇਂ ਟਣਕਾ ਕੇ ਚੁਣਨੇ ਚਾਹੀਦੇ ਨੇ, ਵੀ ਸ਼ਿਕਾਇਤ ਕਰਨ ਦਾ ਮੁੜ ਕੇ ਮੌਕਾ ਹੀ ਨਾ ਮਿਲੇ। ਪਹਿਲਾਂ ਇੱਕ ਆਪਾਂ ਸਰਕਾਰ ਬਣਾ ਲੈਂਦੇ ਆ ਤੇ ਉਦੋਂ ਬਾਅਦ 'ਚ ਉਹਨੂੰ ਭੰਡਦੇ ਰਹਿੰਦੇ ਆ। ਸਾਡਾ ਆ ਨਹੀਂ ਹੋਇਆ, ਸਾਡਾ ਉਹ ਨਹੀਂ ਹੋਇਆ। ਕਿ ਕਿਹਨਾਂ ਨੂੰ ਚੁਣਨਾ ਚਾਹੀਦਾ? ਤੁਸੀਂ ਕਿਹਾ ਕਿ ਲੋਕਾਂ ਨੂੰ ਠੋਕ ਵਜਾ ਕੇ ਜਿਹੜਾ ਉਹ ਚੁਣਨਾ ਚਾਹੀਦਾ ਹੈ ਆਪਣਾ ਨੁਮਾਇੰਦਾ, ਕਿਉਂਕਿ ਲੋਕ ਵੀ ਜ਼ਿੰਮੇਵਾਰ ਨੇ ਤੁਸੀਂ ਸਿਸਟਮ ਦੇ ਨਾਲ। ਫਿਰ ਕਿਹੜੇ ਅਜਿਹੇ ਬਦਲ ਦੀ ਅਸੀਂ ਗੱਲ ਕਰੀਏ? ਹਾਲਾਂਕਿ ਤਮਾਮ ਸਿਆਸੀ ਜਮਾਤਾਂ, ਰਵਾਇਤੀ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਗਰਾਊਂਡ ਜ਼ੀਰੋ ਤੇ ਨੇ। ਪੰਜਾਬ ਦੇ ਲੋਕ ਤੇ ਸਿੰਗਰ ਭਾਈਚਾਰਾ, ਜੇਕਰ ਅਸੀਂ ਗੱਲ ਕਰੀਏ ਤਾਂ ਬਾਜਵਾ ਸਾਹਿਬ ਕਿਹਨਾਂ ਨੂੰ ਦੇਖਦੇ ਨੇ ਕਿ ਪੰਜਾਬ ਦੀ ਕਮਾਨ ਉਹਨਾਂ ਦੇ ਹੱਥ ਵਿੱਚ ਹੋਵੇ? ਮੌਜੂਦਾ ਸਮੇਂ 'ਚ ਮੈਨੂੰ ਲੱਗਦਾ ਵੀ ਪਾਰਟੀਆਂ, ਜੇ ਮੈਂ ਅਸੀਂ ਇਸ ਕਿਸਾਨੀ ਸੰਘਰਸ਼ ਦੀ ਗੱਲ ਕਰਾਂਗੇ, ਬਿਲਕੁਲ 26-27 ਤਰੀਕ ਨੂੰ ਅਸੀਂ ਜਾਣਾ ਹੈ ਦਿੱਲੀ। ਤਾਂ ਖਹਿਰਾ ਸਾਹਿਬ ਇੱਕ ਬਹੁਤ ਵਧੀਆ ਗੱਲ ਕਹਿ ਕੇ ਗਏ ਨੇ ਵੀ ਸਾਰੀ ਉਮਰ ਲੰਘੀ ਅਸੀਂ ਲੋਕਾਂ ਤੋਂ ਵੋਟਾਂ ਪਾਉਂਦੇ ਰਹੇ, ਵੀ ਇਸ ਵਾਰ ਉਹਨਾਂ ਨੂੰ ਮੂਹਰੇ ਲਾ ਕੇ ਲੈ ਕੇ ਜਾਣਾ ਚਾਹੀਦਾ ਵੀ ਤੁਸੀਂ ਸਾਡੇ ਅੱਗੇ ਚੱਲੋ ਤੇ ਅਸੀਂ ਤੁਹਾਡੇ ਪਿੱਛੇ ਆਉਨੇ ਆ। ਆਪਾਂ ਇੱਕ ਉਦਾਂ ਦਾ ਇੱਕ ਇਕੱਠ ਲੈ ਕੇ ਜਾਈਏ ਜਿਹ 'ਚ ਇੱਕ ਚੰਗੀ ਝਲਕ ਪਵੇ। ਬਹੁਤ ਵੱਡੀ ਗੱਲ ਕਹੀ, ਬਹੁਤ ਵੱਡੀ ਗੱਲ। ਇਸੇ ਤੇ ਹੀ ਮੈਂ ਗਗਨ ਜੀ ਨੂੰ ਪੁੱਛਾਂਗਾ। ਗਗਨ ਜੀ, ਉਹ ਕਹਿੰਦੇ ਨੇ ਕਿ ਪੰਜਾਬ ਦੇ ਸਿਆਸਤਦਾਨ ਜਦੋਂ ਜਥੇਬੰਦੀਆਂ ਨੇ ਇੱਕ ਅਨਾਉਂਸ ਹੀ ਕਰਤੀ ਡੇਟ, ਤਾਂ ਸਰਕਾਰਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨੀ ਚਾਹੀਦੀ ਸੀ ਵੀ ਬਾਈ ਜੀ ਬਹੁਤ ਵਧੀਆ ਗੱਲ ਆ, ਇਹ ਪੰਜਾਬ ਦੀ ਗੱਲ ਆ, ਅਸੀਂ ਵੀ ਤੁਹਾਡੇ ਨਾਲ ਚੱਲਦੇ। ਇਸੇ ਤੇ ਆਉਣਾ, ਮੈਂ ਇਸੇ ਤੇ ਆਉਂਗਾ। ਗਗਨ, ਉਹ ਕਹਿੰਦੇ ਹੈ ਕਿ ਪੰਜਾਬ ਦੇ ਤਮਾਮ ਸਿਆਸਤਦਾਨ ਭਾਵੇਂ ਰਵਾਇਤੀ ਧਿਰਾਂ ਹੋਣ, ਉਹਨਾਂ ਨੂੰ ਢਾਲ ਬਣ ਕੇ ਕਿਸਾਨਾਂ ਦੇ ਸੰਘਰਸ਼ ਵਿੱਚ ਅੱਗੇ ਜਾਣਾ ਚਾਹੀਦਾ ਹੈ। ਦਿੱਲੀ ਸਰਕਾਰ ਨੇ ਫੈਸਲਾ ਲਿਆ ਕਿ 50 ਤੋਂ ਜ਼ਿਆਦਾ ਵਿਅਕਤੀ ਦਿੱਲੀ ਵਿੱਚ ਐਂਟਰ ਨਹੀਂ ਕਰ ਸਕਦੇ। ਕਿ ਆਮ ਆਦਮੀ ਪਾਰਟੀ ਦੇ ਤਮਾਮ ਸਿਆਸਤਦਾਨ ਢਾਲ ਬਣ ਕੇ 26-27 ਨੂੰ ਦਿੱਲੀ ਜਾਣਗੇ? ਦੇਖੋ, ਉਹ ਫੈਸਲਾ ਸਿਰਫ ਦਿੱਲੀ ਦੇ ਲੋਕਾਂ ਲਈ ਹੈ ਤਾਂ ਕਿ ਉੱਥੇ ਕਰੋਨਾ ਵੱਧ ਰਿਹਾ ਤੇ ਉਹਨੂੰ ਰੋਕਿਆ ਜਾ ਸਕੇ। ਪਰ ਮੇਰਾ ਦੇਖੋ, ਇਹ ਪਾਰਟੀ ਚੂਜ਼ ਕਰਨ ਦਾ ਇੱਕ ਬਹੁਤ ਵੱਡਾ ਕਾਰਨ ਰਿਹਾ। ਮੇਰਾ ਕੋਈ ਰਾਜਨੀਤਿਕ ਪਿਛੋਕੜ ਹੈ ਨਹੀਂ। ਮੈਂ ਪੰਜਾਬ ਦੇ ਹੱਕਾਂ ਲਈ, ਲੋਕਾਂ ਲਈ ਅੱਗੇ ਆਉਣਾ ਚਾਹੁੰਦੀ ਸੀ। ਮੈਨੂੰ ਇੱਕ ਦਲ ਚਾਹੀਦਾ ਸੀ। ਤੇ ਅੱਜ ਚਾਹੇ ਉਹ ਉੱਥੇ ਕੇਜਰੀਵਾਲ ਜੀ ਨੇ, ਚਾਹੇ ਸਾਡੇ ਪੰਜਾਬ ਦੀ ਲੀਡਰਸ਼ਿਪ ਆ, ਸਾਨੂੰ ਸਾਰਿਆਂ ਨੂੰ ਪਤਾ ਸੀ ਕਿਸਾਨਾਂ ਦੇ ਪੁੱਤਾਂ ਅਸੀਂ ਕਿਵੇਂ ਸੰਘਰਸ਼ ਕਰ ਰਹੇ ਹਾਂ ਤੇ ਹੁਣ ਸੰਘਰਸ਼ ਇਹ ਮੁਕੰਮਲ ਹੋਣ ਤੇ ਨੇੜੇ ਲੱਗਿਆ ਹੋਇਆ, ਕਾਮਯਾਬੀ ਵੱਲ ਵੱਧ ਰਿਹਾ ਹੈ ਤੇ ਇਹਨੂੰ ਬਿਲਕੁਲ ਨਹੀਂ ਰੋਕਿਆ ਜਾਊਗਾ। ਚਾਹੇ ਉਹ ਕੇਜਰੀਵਾਲ ਜੀ ਨੇ, ਚਾਹੇ ਸਾਡੀ ਪੰਜਾਬ ਦੀ ਲੀਡਰਸ਼ਿਪ ਆ, ਅਸੀਂ ਅੱਗੇ ਵੱਧ ਚੜ ਕੇ ਉਹ ਲਗਾਤਾਰ ਸਟੇਟਮੈਂਟਾਂ ਦੇ ਰਹੇ ਨੇ। ਉਹ ਸਿਰਫ ਦਿੱਲੀ ਦੇ ਲੋਕਾਂ ਲਈ ਹੈ ਕਿ ਉੱਥੇ ਕੰਟਰੋਲ ਕੀਤਾ ਜਾਵੇ। 50 ਤੋਂ ਜ਼ਿਆਦਾ ਵਿਅਕਤੀ ਦਿੱਲੀ ਦੇ ਵਿੱਚ ਐਂਟਰ ਨਹੀਂ ਕਰ ਸਕਦੇ। ਨਹੀਂ ਕਰਨਗੇ, ਕਿਸਾਨ ਕਰਨਗੇ। ਤਾਂ ਫਿਰ ਡਿਪਲੋਮੈਟਿਕ ਹੋ ਗਿਆ ਨਾ ਕਿ ਦਿੱਲੀ 'ਚ ਕੁਝ ਹੋਰ ਕਹਿ ਰਹੇ ਹੈ ਕੇਜਰੀਵਾਲ ਜੀ, ਪੰਜਾਬ ਤੋਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਨਾਲ ਜਾਵਾਂਗੇ। ਡਿਪਲੋਮੈਟਿਕ ਕਿਉਂ? ਕਿਸਾਨਾਂ ਦੇ ਸੰਘਰਸ਼ ਨੂੰ ਬਿਲਕੁਲ ਨਹੀਂ ਰੋਕਿਆ ਜਾਊਗਾ। ਕਿਸਾਨਾਂ ਦੇ ਸੰਘਰਸ਼ ਨੂੰ ਇਹਦੀ ਕਦਰ ਕੀਤੀ ਜਾਊਗੀ।
ਕਿਸਾਨਾਂ ਦੇ ਸੰਘਰਸ਼ ਦੀ ਉਹ ਕਦਰ ਕਰਦੇ ਨੇ ਕਿ ਇਹਨਾਂ ਦੀਆਂ ਆਪਣੀਆਂ ਮੰਗਾਂ ਨੇ, ਪਰ ਜਿੰਨਾ ਉਹ ਦਿੱਲੀ 'ਚ ਕੰਟਰੋਲ ਕਰ ਸਕਦੇ ਆ ਉਹ ਵੀ ਉਹਨਾਂ ਦਾ ਐਜ਼ ਅ ਲੀਡਰ ਹੋਣ ਦੇ ਨਾਤੇ ਫਰਜ਼ ਬਣਦਾ। ਸੋ ਉਹ ਉੱਥੇ ਸਿਰਫ ਹੈਗੀਆਂ, ਕਿਉਂਕਿ ਜੇ ਬਿਲਕੁਲ ਖੋਲ ਦੇਣਗੇ ਉੱਥੇ ਪ੍ਰੋਬਲਮਸ ਆ ਸਕਦੀਆਂ ਦਿੱਲੀ ਦੇ ਵਿੱਚ, ਕੇਸ ਨਹੀਂ ਵਧਣੇ ਚਾਹੀਦੇ। ਪਰ ਅਸੀਂ ਕਿਸਾਨਾਂ ਦੇ ਸੰਘਰਸ਼ ਨੂੰ ਨਹੀਂ ਭੁੱਲ ਸਕਦੇ ਕਿ ਇਹ ਕਿੰਨਾ ਲੰਬਾ ਚੱਲ ਰਿਹਾ ਤੇ ਇਹ ਵਧੂਗਾ ਤੇ ਅਸੀਂ ਵੱਧ ਚੜ ਕੇ ਹਿੱਸਾ ਲਵਾਂਗੇ ਇਸ ਚੀਜ਼ 'ਚ। ਜੀ ਬਹੁਤ ਵਧੀਆ ਅਨਮੋਲ, ਉਹਨਾਂ ਨੇ ਬਹੁਤ ਚੰਗੀ ਗੱਲ ਕਹੀ ਆ, ਪਰ ਮੈਨੂੰ ਲੱਗਦਾ ਇਹ ਹੋਰ ਵਧੀਆ ਹੋ ਸਕਦੀ ਸੀ ਜਦੋਂ 26-27 ਡੇਟ ਇੱਕ ਅਨਾਉਂਸ ਕਰ ਦਿੱਤੀ ਗਈ ਅਫੀਸ਼ੀਅਲੀ। ਜਿਹੜੀ ਪੰਜਾਬ ਦੀ ਇਹਨਾਂ ਦੀ ਪਾਰਟੀ ਆ ਉਹ ਅਨਾਉਂਸ ਕਰ ਦਿੰਦੀ, ਉਹ ਪਹਿਲ ਕਰ ਦਿੰਦੀ ਵੀ ਅਸੀਂ ਕਿਸਾਨਾਂ ਦੇ ਨਾਲ ਜਾਵਾਂਗੇ, ਚਾਹੇ ਉਹ ਨਹੀਂ, ਇਹ ਨੌਜਵਾਨ ਤਾਂ ਪਹਿਲੇ ਦਿਨ ਤੋਂ ਹੀ ਪਹਿਲ ਪਾਰਟੀ ਕੀਤੀ ਹੋਈ ਹੈ ਆਲਰੇਡੀ ਬਾਜਵਾ ਜੀ। ਇਹ ਪਹਿਲਾਂ ਹੀ ਅਸੀਂ ਅਨਾਉਂਸ ਕੀਤਾ ਹੋਇਆ ਕਿ ਅਸੀਂ ਕਿਸਾਨਾਂ ਦੇ ਨਾਲ ਜਾਵਾਂਗੇ, ਵਿੱਚ ਜਾਵਾਂਗੇ ਤੇ ਆਮ ਆਦਮੀ ਪਾਰਟੀ ਝੰਡਾ ਚੱਕ ਕੇ ਕਦੇ ਨਹੀਂ ਬੈਂਦੀ, ਉਹ ਵਿੱਚ 27 ਬੈਠੀ ਤਰੀਕ ਹੈ। ਨੂੰ ਤੁਸੀਂ ਜਾਓਗੇ ਜੀ? ਬਿਲਕੁਲ ਜਾ ਰਹੇ ਹਾਂ, ਬਿਲਕੁਲ ਜਾ ਰਹੇ ਹਾਂ, 100% ਜਾ ਰਹੇ ਹਾਂ ਅਸੀਂ ਜਾ ਰਹੇ ਬਾਜਵਾ ਹਾਂ। ਜੀ ਤੁਸੀਂ ਬੜਾ ਬੇਬਾਕੀ ਨਾਲ ਬੋਲਦੇ ਨਜ਼ਰ ਆਏ ਹੋ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ। ਅੱਜ ਦੀਪ ਸਿੱਧੂ ਜੀ ਵੀ ਤੁਹਾਡੇ ਨਾਲ ਬੈਠੇ ਨੇ, ਤੁਹਾਡਾ ਵਿਵਾਦ ਕੀ ਸੀ ਉਸ ਬਾਰੇ ਤੁਸੀਂ ਬੇਬਾਕੀ ਨਾਲ ਕਿਉਂ ਨਹੀਂ ਬੋਲਦੇ ਦੋਨੋਂ? ਵਿਵਾਦ ਸਾਡਾ ਕੁਝ ਵੀ ਨਹੀਂ, ਇਸ ਤਾਂ ਅੱਜ ਵੀ ਇਕੱਠੇ ਬੈਠੇ ਹਾਂ, ਅਸੀਂ ਪਹਿਲੇ ਦਿਨ ਤੋਂ ਇਕੱਠੇ ਸੀਗੇ ਜੀ। ਸਮ ਟਾਈਮ ਕਈ ਵਾਰੀ ਇਹ ਹੋ ਜਾਂਦਾ ਵੀ ਵਿਚਾਰਧਾਰਾ ਤੁਹਾਡੀ ਹੈ ਉਹ ਹੁਣ ਦੇਖੋ ਕਿਸੇ ਬੰਦੇ ਨੂੰ ਲਾਲ ਰੰਗ ਪਸੰਦ ਹੈ, ਕਿਸੇ ਨੂੰ ਪੀਲਾ ਰੰਗ ਪਸੰਦ ਹੈ। ਸਾਨੂੰ ਲੱਗਿਆ ਕਿ ਇਹ ਜਿਹੜਾ ਦਰਦ ਹੈ ਪੰਜਾਬ ਦਾ, ਇਹ ਤੋਂ ਪਹਿਲਾਂ ਕਦੇ ਵੀ ਟੂ ਬੀ ਓਨੈਸਟ ਕਦੇ ਮੈਂ ਪਹਿਲ ਨਹੀਂ ਕੀਤੀ, ਨਾ ਮੈਂ ਸੰਘਰਸ਼ਾਂ 'ਚ ਗਿਆ। ਜਿਵੇਂ ਇੱਕ ਡਿਪਲੋਮੈਟਿਕ ਜਿਹਾ ਆਨਸਰ ਦਿੰਦੇ ਆ ਉੱਦਾਂ ਮੈਂ ਦਿੰਦਾ ਰਿਹਾ। ਮੈਂ ਆਪ ਦੀ ਗੱਲ ਮੰਨਦਾ, ਇਹ ਸਟੇਜ ਤੋਂ ਮੰਨਦਾ, ਬਟ ਕਿਸਾਨੀ ਨਾਲ ਅਸੀਂ ਬੜੇ ਨਾ ਇਮੋਸ਼ਨਲੀ ਤਰੀਕੇ ਨਾਲ ਜੁੜੇ ਹੋਏ ਆ। ਇਹ ਕੱਲਾ ਬਿੱਲ ਹੈ ਜਿਹੜਾ, ਇਹ ਕੱਲਾ ਖੇਤੀਬਾੜੀ ਤੇ ਮਾਰ ਨਹੀਂ, ਇਹ ਸਾਡਾ ਵਿਰਸਾ ਹੈ। ਸਾਨੂੰ ਜਦੋਂ ਸਾਤੋਂ ਲੱਗਦਾ ਵੀ ਸਾਡੇ ਖੇਤ ਖੋਲੇ, ਸਾਨੂੰ ਉਹਨਾਂ ਮੋਟਰਾਂ ਦਾ ਚੇਤਾ ਆਉਂਦਾ ਜੀ ਜਿੱਥੇ ਅਸੀਂ ਨਹਾਉਂਦੇ ਹੁੰਦੇ ਸੀ ਛੋਟੇ ਹੁੰਦੇ, ਜਿੰਨੀਆਂ ਜਾਮਣਾਂ ਲੱਗੀਆਂ ਜਾਂ ਉਹ ਸਾਡੇ ਬਜ਼ੁਰਗਾਂ ਨੇ ਜ਼ਮੀਨਾਂ ਆਬਾਦ ਕੀਤੀਆਂ। ਤਾਂ ਕਰਕੇ ਫਿਰ ਸਾਨੂੰ ਲੱਗਿਆ ਵੀ ਪੰਜਾਬ ਦੇ ਕੋਨੇ-ਕੋਨੇ 'ਚ ਜਾਣਾ ਚਾਹੀਦਾ। ਛੋਟੇ ਸੰਘਰਸ਼ਾਂ ਤੋਂ ਲੈ ਕੇ 50 ਬੰਦਿਆਂ ਤੋਂ ਵੀ ਲੈ ਕੇ ਅੱਜ 1000 ਬੰਦਾ, 500 ਬੰਦਾ, ਕੁਝ ਵੀ ਹੈ। ਮਤਲਬ ਕਲਾਕਾਰ ਦਾ ਇੱਕ ਰੁਤਬਾ ਐਸਾ ਹੁੰਦਾ ਵੀ ਜਿੰਨੇ ਵੀ ਸਾਡੇ ਹੈਂਡਲ ਕਰਦੇ ਆ ਉਹ ਮੈਨੇਜਮੈਂਟ ਹੀ ਆਲਮੋਸਟ ਹੁੰਦੀ ਹੈ, ਮੈਨੇਜਰ ਫੋਨ ਚੱਕਦੇ ਆ। ਬਟ ਇਸ ਵਾਰ ਕੀ ਹੋਇਆ ਵੀ ਸਾਨੂੰ ਲੱਗਿਆ ਵੀ ਇਹ ਮੁੱਦਾ ਸਾਡੀ ਐਡਾ ਕਿ ਜ਼ਿਆਦਾ ਸਾਡੇ ਜਜ਼ਬਾਤਾਂ ਨਾਲ ਜੁੜਿਆ ਹੋਇਆ। 20-20 ਮਿੰਟ, 30-30 ਮਿੰਟ ਲੋਕਾਂ ਨੂੰ ਕਨਵਿੰਸ ਕਰਨ ਲਈ ਵੀ, ਸਮਝਾਉਣ ਲਈ ਵੀ, ਮੈਂ ਖੁਦ ਆਪ ਦਾ ਨੰਬਰ ਦੇਖ ਕੇ ਲੋਕਾਂ ਨਾਲ ਗੱਲ, ਮੈਂ ਕੋਈ ਇਹਦੇ ਤੇ ਸਹਾਨ ਨਹੀਂ ਕਰਦਾ ਵੀ ਮੈਂ ਗੱਲ ਕਰ ਰਿਹਾ। ਐਂਡ ਆਫ ਦਾ ਡੇ ਕਲਾਕਾਰ ਵੀ ਲੋਕਾਂ ਦਾ ਹੀ ਬਣਾਇਆ ਹੁੰਦਾ, ਪਰ ਅਸੀਂ ਇਸ ਮੁੱਦੇ ਨਾਲ ਇਮੋਸ਼ਨਲੀ ਇੰਨੇ ਕੁ ਅਟੈਚ ਆ ਵੀ ਸਾਨੂੰ ਇਹ ਲੱਗਦਾ ਵੀ ਸਾਡੇ ਸਰੀਰ ਦਾ ਇੱਕ ਅੰਗ ਜਾ ਰਿਹਾ ਜੇ ਖੇਤ ਜਾ ਰਹੇ ਆ। ਤਾਂ ਕਰਕੇ ਮੈਨੂੰ ਲੱਗਿਆ ਵੀ ਇੱਕ ਥਾਂ ਬੈਠਣ ਨਾਲੋਂ ਪੂਰੇ ਪੰਜਾਬ 'ਚ ਜਾਣਾ ਚਾਹੀਦਾ। ਪੰਜਾਬ ਕੀ, ਹਰਿਆਣਾ ਕੀ, ਜਿੱਥੇ ਵੀ ਕਿਸਾਨੀ ਦੀ ਗੱਲ ਹੁੰਦੀ ਆ। ਹੁਣ ਛੋਟੇ ਪਿੰਡਾਂ ਦੇ ਲੋਕ ਨੇ, ਚਾਹੇ ਕੋਈ ਵੀ ਮੋਰਚਾ ਬਾਈ ਉਹਨਾਂ ਦਾ ਬਹੁਤ ਵਧੀਆ, ਹੋਰ ਵੀ ਬੜੇ ਮੁੱਦੇ ਚੱਕੇ ਆ। ਜਿਹੜੇ ਬੰਦੇ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸੋ ਸਾਡਾ ਇਹ ਫਰਜ਼ ਬਣਦਾ ਵੀ ਅਸੀਂ ਉੱਥੇ ਤੱਕ ਪਹੁੰਚ ਕਰੀਏ ਤੇ ਲੋਕਾਂ ਨੂੰ ਜਾਗਰੂਕ ਕਰੀਏ। ਦੀਪ ਜੀ ਘਰੋਂ ਇਕੱਠੇ ਨਿਕਲੇ ਸੀ ਤੁਸੀਂ, ਇਕੱਠੇ ਨਿਕਲੇ ਪਰ ਡੈਸਟੀਨੇਸ਼ਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਤੁਸੀਂ ਵੱਖ-ਵੱਖ ਹੋ ਗਏ, ਕੀ ਕਾਰਨ? ਨਹੀਂ ਜੀ, ਪਹਿਲਾਂ ਆਪਾਂ ਨਾ ਇਸ ਗੱਲ ਨੂੰ ਸਮਝੀਏ, ਕਿਉਂਕਿ ਉੱਤੋਂ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ ਜਦੋਂ ਤੱਕ ਅਸੀਂ ਤਹਿਆਂ ਨੂੰ ਨਹੀਂ ਫਰੋਲਦੇ। ਸੰਘਰਸ਼ ਜਦੋਂ ਕੋਈ ਪੈਦਾ ਹੁੰਦਾ, ਉਭਾਰ ਪੈਦਾ ਹੁੰਦਾ, ਤਾਂ ਲੋਕਾਂ ਦੇ ਗੁੱਸਾ ਜਿਹੜਾ ਮਨਾਂ 'ਚ ਪਿਆ ਉਹਦਾ ਪ੍ਰਗਟਾਵਾ ਹੀ ਹੁੰਦਾ, ਤਾਂ ਇੱਕ ਸੰਘਰਸ਼ ਤੇ ਉਭਾਰ ਪੈਦਾ ਹੁੰਦਾ। ਹੁਣ ਸੰਘਰਸ਼ ਦੋ ਤਰ੍ਹਾਂ ਨਾਲ ਲੜਿਆ ਜਾਂਦਾ ਜਾਂ ਦੋ ਤਰੀਕਿਆਂ ਨਾਲ ਲੜਦੇ ਆ। ਇੱਕ ਹੁੰਦਾ ਤਰੀਕਾ ਆਪਦੇ ਹੱਕਾਂ ਲਈ ਸੰਘਰਸ਼ ਲੜਿਆ ਜਾਂਦਾ ਵੀ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਆ। ਪੰਜਾਬ ਦੇ ਕਿਸਾਨ ਕੋਲੇ ਆਪਦੇ ਫੈਸਲੇ ਲੈਣ ਦਾ ਹੱਕ ਹੋਵੇ। ਕਿਸਾਨੀ ਦੇ ਸੰਘਰਸ਼ ਦਾ ਤਾਂ ਇਹੀ ਮਤਲਬ ਆ। ਦੂਜਾ ਸੰਘਰਸ਼ ਲੜਿਆ ਜਾਂਦਾ ਸੋਧਾਂ ਲਈ ਤੇ ਰਿਆਇਤਾਂ ਲਈ, ਵੀ ਸਾਨੂੰ ਆਹ ਸੋਧਾਂ ਕਰ ਦਿਓ ਬਿੱਲ 'ਚ ਜਾਂ ਸਾਨੂੰ ਕੁਝ ਰਿਆਇਤਾਂ ਦੇ ਦਿਓ। ਜਿਹੜਾ ਪਿਛਲੇ 73 ਸਾਲਾਂ ਤੋਂ 74 ਸਾਲਾਂ ਤੋਂ ਲਗਾਤਾਰ ਕਿਸਾਨ ਵੀ ਲੜਦੇ ਆ ਰਹੇ ਆ ਤੇ ਯੂਨੀਅਨਸ ਵੀ ਲੜਦੀਆਂ ਆ ਰਹੀਆਂ ਜਦੋਂ ਤੋਂ ਉਹ ਹੋਂਦ 'ਚ ਆਈਆਂ, ਪੈਦਾ ਹੋਈਆਂ। ਅਸੀਂ ਉਸੇ ਸੰਘਰਸ਼ ਦਾ ਹਿੱਸਾ ਹੀ ਆ, ਅਸੀਂ ਵੱਖ ਨਹੀਂ ਹੋਏ। ਕਿਸਾਨ ਜਥੇਬੰਦੀਆਂ ਨੇ ਇਹਨੂੰ ਸਿਰਫ ਆਰਥਿਕਤਾ ਨਾਲ ਜੋੜਿਆ, ਆਰਥਿਕ ਢਾਂਚੇ ਨਾਲ ਜੋੜਿਆ। ਉਹਨਾਂ ਦੇ ਦਿੱਲੀ ਗਿਆਂ ਦੀ ਸਟੇਟਮੈਂਟਸ ਵੀ ਦੇਖੀਏ ਤਾਂ ਉਹ ਕਹਿੰਦੇ ਆ ਵੀ ਇਹ ਪੰਜਾਬ ਦਾ ਇਕਨੋਮਿਕ ਬਲੌਕੇਡ ਆ। ਪਰ ਅੱਜ ਜਸ ਆਪ ਹੀ ਇਹ ਗੱਲ ਮੰਨ ਰਿਹਾ ਵੀ ਸਾਡੇ ਸੱਭਿਆਚਾਰ ਤੇ ਵੀ ਗੱਲ ਆ ਗਈ ਆ। ਸਾਡੀਆਂ ਮੋਟਰਾਂ, ਸਾਡੀਆਂ ਜਾਮਣਾਂ, ਉਹ ਮੋਟਰਾਂ ਤੇ ਅਸੀਂ ਖਾਂਦੇ ਹੁੰਦੇ ਸੀ। ਸਾਡੇ ਖੇਤ, ਅਸੀਂ ਜਿਵੇਂ ਰਹਿਣੀ ਸਹਿਣੀ, ਇਸ ਤੇ ਵੀ ਗੱਲ ਆ ਗਈ। ਸੋ ਮਤਲਬ ਸਾਡੇ ਸੱਭਿਆਚਾਰ ਤੇ ਵੀ ਅੱਜ ਸੱਟ ਮਾਰੀ ਗਈ ਆ। ਸਾਡੇ ਤੋਂ ਸਾਡੀ ਧਰਤੀ ਖੋਲੀ ਨਾਲ ਸਾਡਾ ਸੱਭਿਆਚਾਰ ਜੁੜਿਆ ਨਾ ਉਹਦੇ। ਸੋ ਜਿਹੜੀ ਲਕੀਰ ਕਿਸਾਨ ਜਥੇਬੰਦੀਆਂ ਨੇ ਆਰਥਿਕ ਖਿੱਚੀ ਸੀ, ਉਹਨੂੰ ਥੋੜੀ ਜਿਹੀ ਵੱਡੀ ਕਰਕੇ ਅਸੀਂ ਇਹ ਕਹਿਤਾ ਵੀ ਆਰਥਿਕ ਦੇ ਨਾਲ ਨਾਲ ਇਹ ਸੱਭਿਆਚਾਰਕ ਵੀ ਆ।
ਅੱਛਾ, ਸੋ ਮੈਂ ਮੈਂ ਇੱਕ ਗੱਲ ਪੂਰੀ ਕਰਦਾ ਹੁਣ। ਬਾਈਨਰੀਜ਼ ਕਿਵੇਂ ਕ੍ਰੀਏਟ ਹੁੰਦੀਆਂ, ਇਹ ਸਾਡੀ ਮਾਡਰਨ ਐਜੂਕੇਸ਼ਨ ਦੀ ਤਰਾਸਦੀ ਆ, ਜਾਂ ਜਿਹੜੇ ਐਨਾਲਾਈਜ਼ ਕਰਦੇ ਆ, that's what they look at, that's how they look at it, that ਜੇ ਕੋਈ ਇਕੱਲੀ ਆਰਥਿਕਤਾ ਦੀ ਗੱਲ ਕਰ ਰਿਹਾ ਤੇ ਉਹਨੂੰ ਇੱਕ ਬਾਈਨਰੀ ਹੈ, ਇੱਕ ਡਿਵੀਜ਼ਨ ਕ੍ਰੀਏਟ ਕਰਕੇ ਉਹਦੇ ਚ ਪਾ ਦਿੰਦੇ ਆ, ਤੇ ਨਾਲ ਆਰਥਿਕ ਤੇ ਸੱਭਿਆਚਾਰਕ ਗੱਲ ਕਰ ਰਿਹਾ ਉਹਨੂੰ ਦੂਜੀ ਬਾਈਨਰੀ ਕ੍ਰੀਏਟ ਕਰਕੇ, ਤੇ ਉਹ ਬਾਈਨਰੀਜ਼ ਕ੍ਰੀਏਟ ਕਰਕੇ ਉਹ ਇੱਕ ਦੂਜੇ ਦੇ ਅਗੇਂਸਟ ਬੋਲਣ ਲੱਗ ਜਾਂਦੇ ਆ, ਜੋ ਕਿ ਨਹੀਂ ਹੋਣਾ ਚਾਹੀਦਾ। ਤੁਸੀਂ ਇਕੱਠੇ ਅਸੀਂ ਨਜ਼ਰ ਆਓਗੇ ਇੱਕੋ ਹੁਣ? ਸੰਘਰਸ਼ ਦੇ ਪਾਰਟ ਆ, ਤੇ ਮੈਂ ਅੱਜ ਤੱਕ ਕਿਸੇ ਇੰਟਰਵਿਊ 'ਚ ਕਿਸੇ ਦੇ ਅਗੇਂਸਟ ਨਹੀਂ ਬੋਲਿਆ, ਇਸੇ ਕਰਕੇ ਨਹੀਂ ਬੋਲਿਆ, ਉਸੇ ਸੰਘਰਸ਼ ਦੇ ਪਾਰਟ ਆ। ਪਰ ਅਸੀਂ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਦੋਵੇਂ ਇਕੱਠੇ ਹੋ ਕੇ ਲੜੋਗੇ ਹੁਣ? ਬਿਲਕੁਲ ਇਕੱਠੇ ਹੋ ਕੇ ਹੀ ਲੜ ਰਹੇ ਹਾਂ ਜਸਬਾਜ ਜੀ। ਬਾਜੀ ਬਿਲਕੁਲ ਜੀ ਬਿਲਕੁਲ, ਓਬਵੀਅਸਲੀ ਅਸੀਂ ਮੈਂ ਜਿਵੇਂ ਥੋੜਾ ਜਿਹਾ ਲੋਕਾਂ 'ਚ ਇਹ ਕਨਫਿਊਜ਼ਨ ਪਹਿਲੇ ਦਿਨ ਤੋਂ ਇਹ ਰਹੀ ਆ ਕਿ ਅਸੀਂ ਇੱਕ ਮੰਚ ਤੋਂ ਸ਼ੁਰੂ ਕੀਤਾ ਸੀ, ਚਾਹੇ ਉਹ ਸ਼ੰਭੂ ਮੋਰਚਾ ਸੀਗਾ ਸਾਡਾ ਜਿਹੜਾ 25 ਤਰੀਕ ਨੂੰ ਉੱਥੇ ਵੱਡਾ ਇਕੱਠ ਹੋਇਆ। ਉਦੋਂ ਬਾਅਦ 'ਚ ਸਾਡਾ ਸਮਰਥਨ ਸੀ ਜਿਹੜਾ ਪ੍ਰੋਪਰ ਤੌਰ ਤੇ ਜਥੇਬੰਦੀਆਂ ਨੂੰ ਸੀ। ਜਥੇਬੰਦੀਆਂ ਵੀ ਮੈਨੂੰ ਲੱਗਦਾ ਵੀ ਜਿੱਥੇ ਖੇਤ ਆ ਗਏ ਉੱਥੇ ਵਿਰਸਾ ਵੀ ਵਿੱਚ ਹੀ ਆ ਗਿਆ। ਜਥੇਬੰਦੀਆਂ ਵੀ ਵਿਰਸੇ ਦੀ ਹੀ ਲੜਾਈ ਲੜ ਰਹੀਆਂ ਨੇ, ਉਹ ਵੀ ਸਾਡੇ ਕਲਚਰ ਦੀ ਹੀ ਲੜਾਈ ਲੜ ਰਹੀਆਂ ਨੇ। ਪਰ ਉਹਦੇ 'ਚ ਦੋ ਚੀਜ਼ਾਂ ਐਡ ਹੋ ਜਾਂਦੀਆਂ ਨੇ ਜੀ, ਕਿ ਇੱਕ ਤਸਵੀਰ ਲੋਕਾਂ 'ਚ ਜਾਂਦੀ ਹੈ ਵੀ ਹਾਂ ਸਾਰਾ ਭਾਈਚਾਰਾ ਇਕੱਠਾ ਹੈ। ਅਸੀਂ ਤਾਂ ਇੱਥੇ ਪਾਰਟੀਆਂ ਨੂੰ ਜੋੜਨ ਨੂੰ ਫਿਰਦੇ ਸੀ ਵੀ ਤੁਸੀਂ ਛੱਡੋ ਆਪਦੇ ਝੰਡੇ ਤੇ ਆ ਕੇ ਸਾਡੇ ਨਾਲ ਚੱਲੋ, ਇੱਕ ਆਪਾਂ ਵੱਡੀ ਲਹਿਰ ਖੜੀ ਕਰੀਏ। ਹੈਗੀ ਅੱਜ ਵੀ ਇਹ ਵੱਡੀ ਲਹਿਰ ਹੈ, ਲੋਕ ਲਹਿਰ ਹੈ, ਕਿਸਾਨੀ ਮੋਰਚੇ 'ਚੋਂ ਨਿਕਲੀ ਇੱਕ ਵੱਡੀ ਲਹਿਰ ਹੈ। ਪਰ ਉੱਥੇ ਲੋਕਾਂ ਦਾ ਥੋੜਾ ਜਿਹਾ ਧਿਆਨ ਇਹ ਹੋ ਗਿਆ ਵੀ ਅੱਛਾ ਬਾਈ ਉਹਨਾਂ ਨੇ ਸ਼ੰਭੂ ਲਾ ਲਿਆ। ਬੜੀਆਂ ਮੰਗਾਂ, ਮੈਂ ਆਪ ਇਹ ਗੱਲ ਮੰਨਦਾ ਵੀ ਜਦੋਂ ਮੈਂ ਇਸ ਧਰਨੇ 'ਚ ਜੁੜਿਆ, ਪੰਜਾਬ ਦੇ ਹੋਰ ਵੀ ਬੜੇ ਮੁੱਦੇ ਨੇ ਜਿਹੜੇ ਨਿਕਲ ਕੇ ਸਾਹਮਣੇ ਆਏ। ਪਰ ਮੈਨੂੰ ਲੱਗਦਾ ਵੀ ਜਿੱਥੇ ਤੱਕ ਹਰ ਇੱਕ ਬੰਦੇ ਦੀ ਆਪ ਦੀ ਵਿਚਾਰਧਾਰਾ, ਮੈਨੂੰ ਲੱਗਦਾ ਵੀ ਸਟੈਪ ਬਾਈ ਸਟੈਪ ਹੀ ਹੋਣਾ ਚਾਹੀਦਾ। ਅੱਜ ਜੇ ਅਸੀਂ ਖੇਤੀਬਾੜੀ ਤੇ ਆਏ ਆ, ਪੰਜਾਬ ਦੇ ਜਿਹੜੇ ਬਾਕੀ ਮੁੱਦੇ ਆ ਉਹ ਤਾਂ 73 ਸਾਲ ਤੋਂ ਹੀ ਸੀ ਨਾ, ਉਹਨਾਂ ਲਈ ਤਾਂ ਆਪਾਂ ਜਿਵੇਂ ਸੋਨੇ ਦੀ ਚਿੜੀ ਪਹਿਲਾਂ ਹੀ ਤੁਸੀਂ ਕਹਿਤਾ, ਉਹਦੇ ਲਈ ਤਾਂ ਫਿਰ ਸਰਕਾਰਾਂ ਹੀ ਜ਼ਿੰਮੇਵਾਰ ਨੇ। ਸਰਕਾਰਾਂ ਕੌਣ ਬਣਾਉਂਦਾ? ਲੋਕ ਬਣਾਉਂਦੇ ਨੇ। ਸਵਾਲ ਉਹੀ ਹੈ, ਤੁਸੀਂ ਜ਼ਿਕਰ ਇਹ ਕਰ ਰਹੇ ਹਾਂ ਕਿ ਪੰਜਾਬ ਨੂੰ ਅਸੀਂ ਉਸ ਨਜ਼ਰ ਤੋਂ ਦੇਖ ਰਹੇ ਹਾਂ ਕਿ ਪੰਜਾਬ ਪੀੜਤ ਕਿਉਂ ਹੋ ਚੁੱਕਿਆ ਹੈ। ਸੋ ਜਨਾਬ ਕਹਿੰਦੇ ਨੇ ਕਿ ਖੁਦਮੁਖਤਿਆਰੀ, ਉਹ ਬੈਠੇ ਨੇ ਜਨਾਬ, ਉਹ ਕਹਿੰਦੇ ਆ ਕਿ ਸਿਸਟਮ ਕਰਪਟ ਹੋ ਚੁੱਕਿਆ ਹੈ। ਤਾਂ ਫਿਰ ਸੁਧਾਰ ਕਿਸ ਤਰ੍ਹਾਂ ਕਰੀਏ ਅਸੀਂ? ਜੇ ਸੁਧਾਰ ਕਰੀਏ ਤਾਂ ਕਿਹੜੇ ਬਦਲ ਨਾਲ ਕਰੀਏ? ਤਾਂ ਫਿਰ ਰਵਾਇਤੀ ਤਰ੍ਹਾਂ ਤਾਂ ਆਲਰੇਡੀ ਪੰਜਾਬ ਦੇ ਵਿੱਚ ਕਾਬਜ਼ ਨੇ। ਵੇਖੋ ਜੀ, ਜੋ ਦੀਪ ਜੀ ਕਹਿ ਰਹੇ ਨੇ, ਜੋ ਜਸ ਜੀ ਕਹਿ ਰਹੇ ਨੇ, ਬਿਲਕੁਲ ਸਹੀ ਕਹਿ ਰਹੇ ਨੇ। ਠੀਕ ਹੈ, ਸਾਡੇ ਆਰਟਿਸਟ ਜਿੰਨੇ ਵੀ ਅੱਗੇ ਆਏ ਨੇ, ਸਾਨੂੰ ਕੋਈ ਸ਼ੌਂਕ ਨਹੀਂ ਕਿ ਅਸੀਂ ਪੋਲਿਟਿਕਸ ਦੇ ਵਿੱਚ ਆਈਏ। ਅਸੀਂ ਆਪੋ ਆਪਣਾ ਕੰਮ ਛੱਡ ਕੇ, ਆਪਣੇ ਕਿੱਤੇ ਛੱਡ ਕੇ ਅਸੀਂ ਅੱਜ ਕਿਸਾਨਾਂ ਨੂੰ ਸਪੋਰਟ ਕਰ ਰਹੇ ਹਾਂ ਔਰ ਕਿਸਾਨਾਂ ਦੇ ਨਾਲ ਮੋਰਚਿਆਂ ਤੇ ਜਾ ਰਹੇ ਹਾਂ। ਔਰ ਜਿੱਥੋਂ ਤੱਕ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਵੀ ਆਪਾਂ ਕਿਸੇ ਵੀ ਕਿਸਾਨ ਮੋਰਚੇ ਤੇ ਜਾਂਦੇ ਹਾਂ, ਯੂਥ ਬਹੁਤ ਘੱਟ ਹੁੰਦਾ ਹੈ। ਜ਼ਿਆਦਾਤਰ ਸਾਡੇ ਬਜ਼ੁਰਗ ਬੈਠੇ ਹੁੰਦੇ ਨੇ ਔਰ ਹਮੇਸ਼ਾ ਸਾਡਾ ਜਿੰਨੇ ਵੀ ਸਾਡੇ ਸਿੰਗਰਸ ਨੇ, ਐਕਟਰਸ ਨੇ, ਸਾਡੇ ਜਾਣ ਦਾ ਮਤਲਬ ਇਹੀ ਹੁੰਦਾ ਵੀ ਅਸੀਂ ਯੂਥ ਆਈਕਨਸ ਹਾਂ। ਜੇ ਸਾਡੇ ਸਿੰਗਰ ਆਪਣੀਆਂ ਫਿਲਮਾਂ ਰਾਹੀਂ ਜਾਂ ਆਪਣੇ ਗਾਣਿਆਂ ਰਾਹੀਂ ਯੂਥ ਨੂੰ ਅਟਰੈਕਟ ਕਰਦਾ ਹੈ, ਤੇ ਸਾਡਾ ਮੇਨ ਮੋਟਿਵ ਇਹੀ ਹੁੰਦਾ ਵੀ ਅਸੀਂ ਆਪਣੇ ਯੂਥ ਨੂੰ ਜੋੜੀਏ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਦੇ ਮੋਰਚਿਆਂ ਦੇ ਉੱਤੇ। ਔਰ ਅਸੀਂ ਕਿਸਾਨ ਜਥੇਬੰਦੀਆਂ ਨੂੰ ਹੀ ਆਪਣਾ ਸਮਰਥਨ ਦੇ ਰਹੇ ਹਾਂ, ਬਿਕਾਜ਼ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਦਿੱਤੀ ਕਿਸਾਨਾਂ ਵਾਸਤੇ ਔਰ ਉਹਨਾਂ ਦੇ ਵਿੱਚੋਂ ਹੀ ਉਹ ਕਿਸਾਨ ਨੇ। ਔਰ ਬੇਸਿਕਲੀ ਮੈਂ ਇਸ ਮੁਹਿੰਮ ਦੇ ਨਾਲ ਇਸ ਕਰਕੇ ਜੁੜੀ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ, ਹੀ ਵਾਜ਼ ਅ ਕਿਸਾਨ ਯੂਨੀਅਨ ਲੀਡਰ, ਸਾਰੀ ਜ਼ਿੰਦਗੀ ਉਹਨਾਂ ਨੇ ਕਿਸਾਨਾਂ ਵਾਸਤੇ ਦੇ ਦਿੱਤੀ। ਤੇ ਇਹ ਐਕਚੁਅਲੀ ਮੈਨੂੰ ਲੱਗਦਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਔਰ ਮੈਂ ਖੁਦ ਇੱਕ ਕਿਸਾਨ ਫੈਮਿਲੀ ਤੋਂ ਹਾਂ ਤੇ ਇਹ ਦਰਦ ਮੈਂ ਸਮਝ ਸਕਦੀ ਹਾਂ। ਸੋਨੀਆ ਜੀ, ਕਿਸਾਨੀ ਦੀ ਗੱਲ ਹੋ ਰਹੀ ਹੈ, ਜਵਾਨੀ ਦੀ ਗੱਲ ਹੋ ਰਹੀ ਹੈ, ਜਦੋਂ ਪੰਜਾਬ ਦੀ ਔਰਤਾਂ ਦੀ ਗੱਲ ਚੁੱਕਣ ਦੀ ਗੱਲ ਆਉਂਦੀ ਹੈ ਉਦੋਂ ਕੋਈ ਵੀ ਉਹਨਾਂ ਦੇ ਬਾਰੇ ਮੁੱਦੇ ਨਹੀਂ ਚੁੱਕਦੇ। ਜੇ ਹੁਣੇ ਪੰਜਾਬ ਯੂਨੀਵਰਸਿਟੀ ਦੀ ਇੱਕ ਸਟੱਡੀ ਦੀ ਗੱਲ ਕਰੀਏ, 500 ਪਿੰਡਾਂ ਨੂੰ ਕਵਰ ਕੀਤਾ ਹੈ, 4000 ਫੀਮੇਲ ਸੇ ਸਰਵੇ ਕੀਤਾ ਗਿਆ ਹੈ। ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਨੇ ਪੰਜਾਬ ਦੀਆਂ 70% ਔਰਤਾਂ। ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਇਹ ਮੁੱਦਾ ਚੁੱਕਣਾ ਵੀ ਜ਼ਰੂਰੀ ਹੈ? ਵੇਖੋ ਜੀ, ਮੁੱਦੇ ਤੇ ਬਹੁਤ ਡਿਫਰੈਂਟ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਮੁੱਦਾ ਚੁੱਕਣਾ ਚਾਹੀਦਾ ਆ, ਬਟ ਉਹਦੇ ਵਾਸਤੇ ਤੁਹਾਨੂੰ ਆਪਣੀ ਆਵਾਜ਼ ਖੁਦ ਨੂੰ ਬੁਲੰਦ ਕਰਨੀ ਚਾਹੀਦੀ ਹੈ। ਮੈਂ ਤਾਂ ਕਹਿੰਦੀ ਹਾਂ ਵਿਮਨ ਇੰਪਾਵਰਮੈਂਟ ਹੋਣੀ ਚਾਹੀਦੀ ਆ। ਜੇ ਤੁਹਾਡੇ ਵਿੱਚ, ਤੁਹਾਡੀ ਆਵਾਜ਼ ਦੇ ਵਿੱਚ ਇੰਨੀ ਬੁਲੰਦ ਆ ਤੇ ਤੁਹਾਨੂੰ ਕੋਈ ਕੁਝ ਨਹੀਂ ਕਹਿ ਸਕਦਾ, ਹੈ ਨਾ। ਤੁਹਾਨੂੰ ਆਪਣੇ ਰਾਈਟਸ ਵਾਸਤੇ ਹਮੇਸ਼ਾ ਖਲੋਣਾ ਚਾਹੀਦਾ ਆ। ਜਿਵੇਂ ਕਿ ਅੱਜ ਅਸੀਂ ਜੇ ਕਿਸਾਨ ਦੇ ਟੌਪਿਕ ਨੂੰ ਲੈ ਕੇ ਅਸੀਂ ਗੱਲ ਕਰੀਏ ਤੇ ਕਿਸਾਨਾਂ ਨੂੰ ਵੀ ਅਸੀਂ ਕਿਤੇ ਵੀ ਕਿਸੇ ਤੇ ਵੀ ਧਰਨੇ ਤੇ ਚੱਲ ਜਾਈਏ, ਭਾਵੇਂ ਦੀਪ ਜੀ ਨੇ, ਜਸ ਜੀ ਨੇ ਮੇਰੇ ਨਾਲ ਬੈਠੇ ਨੇ, ਅਸੀਂ ਸਾਰੇ ਆਰਟਿਸਟ ਨੇ ਇੱਕ ਗਰੁੱਪ ਬਣਾਇਆ ਹੋਇਆ ਆ। ਆਪਾਂ ਆਈ ਥਿੰਕ ਡਿਸਕਸ਼ਨ ਕਰਕੇ ਜਾਂਦੇ ਹਾਂ ਔਰ ਡਿਫਰੈਂਟ ਮੋਰਚਿਆਜ਼ ਦੇ ਉੱਤੇ ਸਾਡੀਆਂ ਡਿਊਟੀਜ਼ ਲੱਗਦੀਆਂ ਨੇ। ਅੱਛਾ ਤੁਸੀਂ ਇੱਥੇ ਚੱਲ ਜਾਓ, ਤੁਸੀਂ ਇੱਥੇ ਚੱਲ ਜਾਓ, ਅਸੀਂ ਸਾਰੇ ਇਕੱਠੇ ਹੋ ਕੇ, ਇਕਜੁੱਟ ਹੋ ਕੇ ਜਾਂਦੇ ਹਾਂ ਕਿ
ਇਹ ਸਾਡੀ ਇੱਕ ਰਿਸਪੌਂਸਿਬਿਲਿਟੀ ਆ। ਔਰ ਮੈਨੂੰ ਇਹ ਲੱਗਦਾ ਵੀ ਜਿਵੇਂ ਪੋਲਿਟਿਕਸ ਆ, ਪੋਲੀਟੀਸ਼ੀਅਨਸ ਦੀ ਜ਼ਿੰਮੇਵਾਰੀ ਇਹੀ ਹੁੰਦੀ ਹੈ ਕਿ ਉਹ ਸਾਡੀ ਲੋਕ ਸੇਵਾ ਕਰਨ, ਔਰ ਜੇ ਉਹ ਇਲੈਕਸ਼ਨਸ ਲੜਦੇ ਨੇ ਔਰ ਉਹ ਇਸੇ ਕਰਕੇ ਇਲੈਕਸ਼ਨ ਲੜਦੇ ਨੇ ਤਾਂ ਕਿ ਸਾਡੀ ਸਮਾਜ ਸੇਵਾ ਕਰ ਸਕਣ ਤੇ ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰ ਸਕਣ। ਔਰ ਮੈਨੂੰ ਲੱਗਦਾ ਵੀ ਜਿੰਨੇ ਵੀ ਕਾਂਗਰਸ ਦੇ ਵਿੱਚ ਨੇ ਜਾਂ ਫਿਰ ਅਕਾਲੀ ਦਲ ਦੇ ਵਿੱਚ ਨੇ, ਉਹਨਾਂ ਨੂੰ ਇਸ ਟਾਈਮ ਤੇ ਆਪਣਾ ਜਿਹੜਾ ਪੋਲੀਟੀਕਲ ਏਜੰਡਾ ਛੱਡ ਕੇ, ਜਿਵੇਂ ਕਿ ਢੀਂਡਸਾ ਜੀ ਵੀ ਕਹਿ ਰਹੇ ਸੀਗੇ, ਉਹਨਾਂ ਨੂੰ ਇਸ ਟਾਈਮ ਤੇ ਇੱਕ ਝੰਡੇ ਦੇ ਥੱਲੇ ਆਪਣਾ ਸਮਰਥਨ ਦੇਣਾ ਚਾਹੀਦਾ ਹੈ, ਔਰ ਇੱਕ ਦਿਨ ਪਹਿਲੇ ਦਿਨ ਤੋਂ ਹੀ ਦੇਣਾ ਚਾਹੀਦਾ ਸੀਗਾ। ਕਿਉਂਕਿ ਜਦੋਂ ਵੀ ਅਸੀਂ ਕਿਸੇ ਵੀ ਕਿਸਾਨ ਜਥੇਬੰਦੀਆਂ ਦੇ ਮੋਰਚਿਆਂ ਦੇ ਉੱਤੇ, ਧਰਨਿਆਂ ਦੇ ਉੱਤੇ ਜਾਂਦੇ ਸੀਗੇ ਤੇ ਹਮੇਸ਼ਾ ਸਾਨੂੰ ਇਹ ਦੇਖਣ ਲਈ ਮਿਲਦਾ ਸੀਗਾ ਕਿ ਕਾਂਗਰਸ ਨੇ ਆਪਣਾ ਅਲੱਗ ਧਰਨਾ ਲਾਇਆ ਹੋਇਆ ਆ ਔਰ ਅਕਾਲੀ ਦਲ ਨੇ ਆਪਣਾ ਅਲੱਗ ਧਰਨਾ ਲਾਇਆ ਹੋਇਆ ਆ। ਸੋ ਸਾਨੂੰ ਇਹ ਦੇਖਣ ਦੀ ਝਲਕ ਮਿਲਦੀ ਸੀਗੀ ਕਿ ਇਹ 2022 ਦੀ ਇਲੈਕਸ਼ਨਸ ਵਾਸਤੇ ਆਪਣੀਆਂ ਵੋਟਾਂ ਇਕੱਠੀਆਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ।